ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਗੁਰੂ ਅੰਗਦ ਦੇਵ ਜੀ ਦਾ ਜੀਵਨ ਬਰਤਾਂਤ ਅੱਗੇ ਵਧਾਉਂਦੇ ਹੋਏ ਇਸ ਤਰ੍ਹਾਂ, ਜਦ ਅੱਸੂ ਸੁਦੀ 10 ਸੰਮਤ 1596 ਵਿੱਚ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾ ਗਏ ਤਾਂ ਸਭ ਸੰਗਤ ਭਾਈ ਬੁੱਢਾ ਜੀ ਨੂੰ ਨਾਲ ਲੈ ਕੇ ਖਡੂਰ ਸਾਹਿਬ ਆਈ। ਬਾਬਾ ਬੁੱਢਾ ਜੀ ਨੇ ਆਪ ਜੀ ਨੂੰ ਮੱਥਾ ਟੇਕ ਕੇ ਬੜੇ ਦੁੱਖ ਨਾਲ ਕਿਹਾ, ਗੁਰੂ ਬਾਬਾ ਜੀ ਜੋਤੀ ਜੋਤ ਸਮਾ ਗਏ ਹਨ, ਆਪ ਬਾਹਰ ਬੈਠ ਕੇ ਸੰਗਤਾਂ ਨੂੰ ਦਰਸ਼ਨ ਉਪਦੇਸ਼ ਦਿਓ। ਸੰਗਤਾਂ ਗੁਰੂ ਦਰਸ਼ਨਾਂ ਤੋਂ ਬਿਨਾਂ ਬੇਹਬਲ ਹੋ ਰਹੀਆਂ ਹਨ। ਬੁੱਢਾ ਜੀ ਪਾਸੋਂ ਗੁਰੂ ਜੀ ਦੇ ਸੱਚਖੰਡ ਪਿਆਨੇ ਦੀ ਖਬਰ ਸੁਣ ਕੇ ਆਪ ਜੀ ਨੇ ਨੇਤਰਾਂ ਵਿੱਚ ਜਲ ਆ ਗਿਆ ਅਤੇ ਬਚਨ ਕੀਤਾ, ਜਿਸ ਪਿਆਰੇ ਸਿਓ ਨੇਸ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੇ ਜੀਵਣਾ। ਗੁਰੂ ਅੰਗਦ ਦੇਵ ਜੀ ਦਾ ਨਿਤਕਰਮ ਇਸ ਤਰ੍ਹਾਂ ਸੀ। ਗੁਰੂ ਜੀ ਪਹਿਰ ਰਾਤ ਰਹਿੰਦੀ ਉੱਠ ਕੇ ਸ਼ੌਚ ਕਰਕੇ ਹੱਥ ਪੈਰ ਪਾਣੀ ਨਾਲ ਧੋ ਕੇ ਫਿਰ ਦਾਤਨ ਕਰਦੇ ਸਨ। ਉਪਰੰਤ ਠੰਡੇ ਸਾਫ਼ ਜਲ ਨਾਲ ਇਸ਼ਨਾਨ ਕਰਕੇ ਨਿਰਵਿਕਲਪ ਸਮਾਧੀ ਵਿੱਚ ਲੀਨ ਹੋ ਜਾਂਦੇ ਸਨ। ਸੂਰਜ ਚੜ੍ਹੇ ਸੰਗਤ ਵਿੱਚ ਬੈਠ ਕੇ ਰਬਾਬੀ ਪਾਸੋਂ ਕੀਰਤਨ ਸੁਣਦੇ। ਇਸ ਪਾਸਿਓਂ ਜਦ ਗੁਰੂ ਜੀ ਆਪਣੀ ਸਮਾਧੀ ਤੋਂ ਉੱਠ ਕੇ ਬਾਹਰ ਆਉਂਦੇ ਸਨ ਤਾਂ ਜਿਸ ਰੋਗੀ ਸੋਗੀ ਉੱਤੇ ਆਪ ਜੀ ਦੀ ਨਿਗਾਹ ਪੈ ਜਾਂਦੀ, ਉਸ ਦਾ ਹੀ ਦੁੱਖ ਦੂਰ ਹੋ ਜਾਂਦਾ ਸੀ। ਉਪਰੰਤ ਸੰਗਤ ਨੂੰ ਉਪਦੇਸ਼ ਦਿੰਦੇ ਸਨ ਅਤੇ ਗੁਰੂ ਬਾਬਾ ਜੀ ਦੇ ਪਵਿੱਤਰ ਚਰਿੱਤਰਾਂ ਨੂੰ ਭਾਈ ਬਾਲੇ ਪਾਸੋਂ ਸੁਣ ਕੇ ਲਿਖਵਾਉਂਦੇ ਸਨ। ਆਪ ਜੀ ਨੂੰ ਜੋ ਕੁਝ ਸੰਗਤਾਂ ਵੱਲੋਂ ਮਾਇਆ ਆਦਿ ਭੇਟਾ ਹੁੰਦੀ, ਉਹ ਸਭ ਗਰੀਬਾਂ ਅਨਾਥਾਂ ਵਿੱਚ ਵੰਡ ਦਿੰਦੇ ਸਨ ਅਤੇ ਬਾਕੀ ਜੋ ਕੁਝ ਹੋਵੇ ਉਹ ਲੰਗਰ ਵਿੱਚ ਪਾ ਦਿੰਦੇ ਸਨ। ਲੰਗਰ ਛਕਣ ਸਮੇਂ ਗੁਰੂ ਨਾਲ ਪੰਗਤ ਵਿੱਚ ਬੈਠ ਕੇ ਲੰਗਰ ਛਕਦੇ ਸਨ। ਆਪ ਜੀ ਦੇ ਲੰਗਰ ਵਿੱਚ ਸਦਾ ਹੀ ਘਿਓ ਵਾਲੀ ਖੀਰ ਬਣਦੀ ਸੀ, ਜੈਸਾ ਕਿ ਸੱਤੇ ਬਲਵੰਡ ਨੇ ਲਿਖਿਆ ਹੈ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ। ਅਰਥਾਤ ਦੌਲਤ ਜੋ ਭੇਟਾ ਹੁੰਦੀ ਸੀ, ਲੰਗਰ ਗੁਰੂ ਕਾ ਜੋ ਤਿਆਰ ਹੁੰਦਾ ਸੀ, ਉਹ ਲੋੜਵੰਦਾਂ ਨੂੰ ਹੀ ਵੰਡ ਦਿੰਦੇ ਸਨ ਅਤੇ ਆਪਣੇ ਪਾਸ ਥੋੜ੍ਹਾ ਹੀ ਨਿਰਵਾਹ ਰੱਖਦੇ ਹਨ। ਆਪ ਜੀ ਆਪਣੇ ਪਾਸ ਨਾ ਮਾਇਆ ਜਮਾ ਰੱਖਦੇ ਸਨ, ਨਾ ਕਿਸੇ ਦੁੱਖ ਸੁੱਖ ਦੀ ਗੱਲ ਹੋਣ ਦਿੰਦੇ ਸਨ। ਵੈਰੀ ਮਿੱਤਰ ਨੂੰ ਇੱਕ ਸਾਰ ਜਾਣਦੇ ਸਨ। ਪ੍ਰਸਾਦ ਛਕ ਕੇ ਆਪ ਜੀ ਕੁਝ ਸਮਾਂ ਵਿਸ਼ਰਾਮ ਕਰਕੇ ਤੀਸਰੇ ਪਹਿਰ ਪਿੰਡ ਦੇ ਛੋਟੇ ਬਾਲਕਾਂ ਨੂੰ ਇਕੱਠੇ ਕਰਕੇ ਉਹਨਾਂ ਦੀਆਂ ਬੜੀਆਂ ਪ੍ਰਸੰਨਤਾ ਨਾਲ ਖੇਡਾਂ ਅਤੇ ਕੁਸ਼ਤੀਆਂ ਵੇਖਦੇ ਸਨ। ਇਹ ਸਥਾਨ ਖਡੂਰ ਸਾਹਿਬ ਵਿੱਚ ਮੱਲ ਅਖਾੜਾ ਦੇ ਨਾਮ ਨਾਲ ਪ੍ਰਸਿੱਧ ਹੈ। ਪਿਛਲੇ ਪਹਿਰ ਆਪ ਜੀ ਦਾ ਦੀਵਾਨ ਸਜਦਾ ਸੀ, ਜਿਸ ਵਿੱਚ ਰਬਾਬੀ ਕੀਰਤਨ ਕਰਦੇ ਸਨ। ਸੰਧਿਆ ਸਮੇਂ ਆਪਣਾ ਸੰਧਿਆ ਦਾ ਨੇਮ ਕਰਕੇ ਪ੍ਰਸ਼ਾਦ ਛਕ ਕੇ ਰਾਤ ਸਮੇਂ ਬਿਰਾਜ ਜਾਂਦੇ। ਸ਼੍ਰੀ ਅਮਰਦਾਸ ਜੀ ਭੱਲੇ ਖੱਤਰੀ ਬਸਤਰ ਕੇ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਕਰਦੇ ਸਨ। ਇੱਕ ਦਿਨ ਆਪ ਜੀ ਨੂੰ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਅਮਰੋ ਜੋ ਬਸਤਰ ਕੇ ਵਿਆਹੀ ਹੋਈ ਸੀ, ਉਸ ਪਾਸੋਂ ਕੁਝ ਗੁਰਬਾਣੀ ਦੀਆਂ ਤੁਕਾਂ ਸੁਣ ਕੇ ਗੁਰੂ ਦਰਸ਼ਨ ਦੀ ਇੱਛਾ ਹੋ ਗਈ। ਆਪ ਜੀ ਬੀਬੀ ਨੂੰ ਨਾਲ ਲੈ ਕੇ ਖਡੂਰ ਸਾਹਿਬ ਆ ਗਏ ਅਤੇ ਗੁਰੂ ਜੀ ਦੇ ਦਰਸ਼ਨ ਕਰਕੇ ਉੱਥੇ ਹੀ ਉਹਨਾਂ ਦੀ ਸੇਵਾ ਵਿੱਚ ਲੱਗ ਗਏ। ਆਪ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ, ਜੋ ਕਈ ਬੋਲੀਆਂ ਦੇ ਅੱਖਰਾਂ ਵਿੱਚ ਲਿਖੀ ਹੋਈ ਸੀ, ਭਾਈ ਬਾਲੇ ਪਾਸੋਂ ਸੁਣ ਕੇ ਸੁਲਤਾਨਪੁਰ ਵਸਨੀਕ ਭਾਈ ਪੈੜੇ ਮੋਖੇ ਖੱਤਰੀ ਪਾਸੋਂ ਗੁਰਮੁਖੀ ਅੱਖਰਾਂ ਵਿੱਚ ਲਿਖਵਾਈ। ਇਸ ਗੱਲ ਤੋਂ ਇਹ ਪ੍ਰਸਿੱਧ ਹੈ ਕਿ ਗੁਰਮੁਖੀ ਅੱਖਰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਹੀ ਪ੍ਰਚਲਿਤ ਕੀਤੇ ਸਨ। ਸ਼ੇਰ ਸ਼ਾਹ ਸਸਰਾਮ ਦੇ ਹਾਕਮ ਪਾਸੋਂ ਕਨੌਜ ਦੇ ਯੁੱਧ ਵਿੱਚ ਦਿੱਲੀ ਦਾ ਪਾਤਸ਼ਾਹ ਹਮਾਯੂ ਹਾਰ ਖਾ ਕੇ ਭੱਜਿਆ ਹੋਇਆ ਗੁਰੂ ਘਰ ਦੀ ਮਹਿਮਾ ਸੁਣ ਕੇ ਪਾਤਸ਼ਾਹੀ ਦਾ ਵਰਦਾਨ ਲੈਣ ਵਾਸਤੇ ਗੁਰੂ ਜੀ ਪਾਸ ਖਡੂਰ ਸਾਹਿਬ ਆਇਆ। ਗੁਰੂ ਜੀ ਆਪਣੀ ਸਮਾਧੀ ਵਿੱਚ ਲੀਨ ਬੈਠੇ ਹੋਏ ਸਨ ਕਿ ਹਮਾਯੂ ਆਪ ਜੀ ਦੇ ਸਾਹਮਣੇ ਆਣ ਕੇ ਖੜਾ ਹੋ ਗਿਆ। ਜਦ 5-10 ਮਿੰਟ ਖੜੇ ਹੋਏ ਨੂੰ ਹੋ ਕੇ ਤਾਂ ਇਸ ਨੇ ਇਹ ਸਮਝ ਕੇ ਕਿ ਮੈਂ ਮੁਲਕ ਦਾ ਬਾਦਸ਼ਾਹ ਹਾਂ, ਇਹਨਾਂ ਨੇ ਮੇਰਾ ਕੋਈ ਸਤਿਕਾਰ ਨਹੀਂ ਕੀਤਾ, ਇਸ ਨੂੰ ਆਪਣੀ
ਹੱਤਕ ਸਮਝ ਕੇ ਇਸਨੇ ਗੁਰੂ ਜੀ ਨੂੰ ਕਤਲ ਕਰਨ ਦੇ ਇਰਾਦੇ ਨਾਲ ਮਿਆਨ ਵਿੱਚੋਂ ਆਪਣੀ ਤਲਵਾਰ ਕੱਢ ਲਈ ਅਤੇ ਜਦ ਗੁਰੂ ਜੀ ਉੱਤੇ ਵਾਰ ਕਰਨ ਵਾਸਤੇ ਤਿਆਰ ਹੋਇਆ ਤਦ ਗੁਰੂ ਜੀ ਨੇ ਇਸ ਵੱਲ ਵੇਖ ਕੇ ਕਿਹਾ, ਪਾਤਸ਼ਾਹ, ਸ਼ੇਰ ਸ਼ਾਹ ਦੇ ਸਾਹਮਣੇ ਜੰਗ ਵਿੱਚ ਜਿੱਥੇ ਇਹ ਤਲਵਾਰ ਨੂੰ ਚਲਾਉਣੀ ਸੀ ਉੱਥੇ ਤਾਂ ਚਲਾਈ ਨਹੀਂ ਅਤੇ ਹੁਣ ਫਕੀਰਾਂ ਉੱਤੇ ਚਲਾਉਣ ਲੱਗਾ ਹੈ। ਗੁਰੂ ਜੀ ਦੇ ਇਹਨਾਂ ਸ਼ਬਦਾਂ ਨੇ ਹਮਾਯੂ ਦੇ ਮਨ ਤੇ ਬਹੁਤ ਅਸਰ ਕੀਤਾ। ਉਸਨੇ ਗੁਰੂ ਜੀ ਦੇ ਚਰਨ ਫੜ ਲਏ ਅਤੇ ਖਿਮਾ ਮੰਗੀ। ਗੁਰੂ ਜੀ ਨੇ ਕਿਹਾ, ਜੇਕਰ ਤੂੰ ਸਾਡੇ ਉੱਤੇ ਤਲਵਾਰ ਮਿਆਨ ਚੋਂ ਨਾ ਕੱਢਦਾ ਤਾਂ ਤੇਰਾ ਰਾਜ ਤੈਨੂੰ ਸ਼ੀਘਰ ਹੀ ਮਿਲ ਜਾਣਾ ਸੀ, ਪਰ ਤੂੰ ਪਾਤਸ਼ਾਹੀ ਦੇ ਹੰਕਾਰ ਕਰਕੇ ਗੁਰੂ ਘਰ ਦੀ ਨਿਰਾਦਰੀ ਕੀਤੀ ਹੈ। ਇਸ ਕਰਕੇ ਹੁਣ 12 ਸਾਲਾਂ ਪਿੱਛੋਂ ਤੈਨੂੰ ਦਿੱਲੀ ਦੇ ਤਖਤ ਦੀ ਬਾਦਸ਼ਾਹੀ ਮਿਲੇਗੀ। ਇਤਨਾ ਬਚਨ ਲੈ ਕੇ ਹਮਾਯੂ ਨਮਸਕਾਰ ਕਰਕੇ ਲਾਹੌਰ ਨੂੰ ਚਲਿਆ ਗਿਆ ਅਤੇ ਉੱਥੋਂ ਕਾਬਲ ਪਹੁੰਚ ਗਿਆ। ਖਡੂਰ ਸਾਹਿਬ ਵਿੱਚ ਇੱਕ ਤੱਪਾ ਰਹਿੰਦਾ ਸੀ ਜੋ ਇੱਥੋਂ ਦੇ ਖਹਿਰੇ ਜੱਟਾਂ ਦਾ ਗੁਰੂ ਵਿਖਵਾਉਂਦਾ ਸੀ। ਉਹ ਗੁਰੂ ਦੀ ਪ੍ਰਤਾਪ ਵੇਖ ਕੇ ਆਪ ਜੀ ਨਾਲ ਬੜੀ ਈਰਖਾ ਰੱਖਦਾ ਸੀ ਅਤੇ ਨਿੰਦਿਆ ਕਰਦਾ ਰਹਿੰਦਾ ਸੀ। ਸੰਮਤ 1601 ਵਿੱਚ ਜਦ ਮੀਂਹ ਨਾ ਪਿਆ ਤਾਂ ਬੜੀ ਔੜ ਲੱਗ ਗਈ, ਜਿਸ ਨਾਲ ਲੋਕ ਬਹੁਤ ਦੁਖੀ ਹੋ ਗਏ। ਲੋਕ ਇਕੱਠੇ ਹੋ ਕੇ ਇਸ ਦੇ ਪਾਸ ਆਏ ਕਿ ਮੀਂਹ ਪਵਾਓ। ਜਦ ਤਪੇ ਨੇ ਕਿਹਾ ਕਿ ਸ਼੍ਰੀ ਅੰਗਦ ਦੇਵ ਜੀ ਇੱਕ ਗ੍ਰਸਤੀ ਹੋ ਕੇ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਹੈ ਅਤੇ ਪੂਜਾ ਕਰਾਉਂਦਾ ਹੈ, ਇਹ ਬੜੀ ਇੱਕ ਉਲਟੀ ਗੰਗਾ ਵਹਿਣ ਵਾਲੀ ਗੱਲ ਹੈ। ਜਦ ਤੱਕ ਤੁਸੀਂ ਇਸ ਨੂੰ ਪਿੰਡ ਵਿੱਚੋਂ ਨਹੀਂ ਕੱਢੋਗੇ ਤਦ ਤੱਕ ਮੀਂਹ ਨਹੀਂ ਪੈ ਸਕਦਾ। ਇਸ ਨੂੰ ਪਿੰਡ ਤੋਂ ਕੱਢ ਦਿਓਗੇ ਤਾਂ ਮੈਂ 8 ਪਹਿਰਾਂ ਵਿੱਚ ਮੀਂਹ ਪਵਾ ਦਿਆਂਗਾ। ਉਸ ਦੀ ਇਹ ਗੱਲ ਸੁਣ ਕੇ ਪਿੰਡ ਦੇ ਪੈਂਚ ਆਦਿਕ ਮਿਲ ਕੇ ਗੁਰੂ ਜੀ ਪਾਸ ਆਏ ਤੇ ਕਿਹਾ, ਗੁਰੂ ਜੀ, ਜਾਂ ਤੁਸੀਂ ਮੀਂਹ ਪਵਾ ਦਿਓ, ਨਹੀਂ ਤਾਂ ਤੁਸੀਂ ਸਾਡੇ ਪਿੰਡ ਵਿੱਚੋਂ ਚਲੇ ਜਾਓ, ਫਿਰ ਤਪਾ ਗੁਰੂ ਮੀਂਹ ਪਵਾਏਗਾ। ਗੁਰੂ ਜੀ ਨੇ ਕਿਹਾ, ਭਾਈ, ਅਸੀਂ ਰੱਬ ਦੇ ਸ਼ਰੀਕ ਨਹੀਂ ਹਾਂ ਜੋ ਮੀਂਹ ਪਵਾਈਏ। ਜੇ ਸਾਡੇ ਇੱਥੋਂ ਚਲੇ ਜਾਣ ਨਾਲ ਤਪਾ ਮੀਂਹ ਪਵਾ ਦੇਵੇ ਤਾਂ ਅਸੀਂ ਇੱਥੋਂ ਚਲੇ ਜਾਂਦੇ ਹਾਂ। ਉਪਰੰਤ ਜਦ ਪਿੰਡ ਖਾਨ ਰਜਾਦੇ ਦੀ ਸੰਗਤ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਆਣ ਕੇ ਗੁਰੂ ਜੀ ਨੂੰ ਆਪਣੇ ਪਿੰਡ ਲੈ ਗਏ। ਪਿੱਛੋਂ ਖਡੂਰ ਵਿੱਚ ਤਪੇ ਨੇ ਲੋਕਾਂ ਨੂੰ ਬਹੁਤ ਦਿਲਾਸੇ ਦਿੱਤੇ ਅਤੇ ਮੀਂਹ ਪਾਉਣ ਦੇ ਯਤਨ ਕੀਤੇ, ਪਰ ਜਦ 8 ਦਿਨ ਤੱਕ ਮੀਂਹ ਨਾ ਪਿਆ ਤਾਂ ਲੋਕ ਬਹੁਤ ਨਿਰਾਸ਼ ਤੇ ਦੁਖੀ ਹੋ ਗਏ। ਉਪਰੰਤ ਇੱਕ ਦਿਨ ਸੁਭਾਵਕ ਹੀ ਜਦ ਸ਼੍ਰੀ ਅਮਰਦਾਸ ਜੀ ਗੁਰੂ ਜੀ ਨੂੰ ਖਡੂਰ ਸਾਹਿਬ ਮਿਲਣ ਆਏ ਤਾਂ ਆਪ ਜੀ ਗੁਰੂ ਜੀ ਦੇ ਪਿੰਡ ਵਿੱਚੋਂ ਚਲੇ ਜਾਣ ਦੀ ਸਾਰੀ ਗੱਲ ਸੁਣ ਕੇ ਬਹੁਤ ਦੁਖੀ ਹੋਏ। ਆਪ ਜੀ ਨੇ ਸੰਗਤ ਨੂੰ ਸਮਝਾਇਆ, ਜੇਕਰ ਤੁਸੀਂ ਜੋਗੀ ਤਪੇ ਨੂੰ ਪਿੰਡ ਚੋਂ ਕੱਢ ਦਿਓ ਅਤੇ ਗੁਰੂ ਜੀ ਤੋਂ ਮਾफ़ੀ ਮੰਗ ਕੇ ਵਾਪਸ ਲੈ ਆਓ ਤਦ ਮੀਂਹ ਬਹੁਤ ਪਵੇਗਾ। ਆਪ ਜੀ ਗੁਰੂ ਨਾਨਕ ਜੀ ਦੀ ਗੱਦੀ ਉੱਤੇ ਬਿਰਾਜਮਾਨ ਹਨ ਜੋ ਬਹੁਤ ਸ਼ਕਤੀਵਾਨ ਹਨ। ਆਪ ਜੀ ਨੂੰ ਪ੍ਰਸੰਨ ਕਰਕੇ ਹੀ ਮੀਂਹ ਪੈਣ ਦੀ ਆਸ ਹੋ ਸਕਦੀ ਹੈ। ਗੁਰੂ ਘਰ ਦੀ ਨਿਰਾਦਰੀ ਕਰਨ ਨਾਲ ਮੀਂਹ ਨਹੀਂ ਪਵੇਗਾ। ਸ਼੍ਰੀ ਅਮਰਦਾਸ ਜੀ ਨੇ ਸ਼ਰਧਾ ਉਪਜਾਊ ਬਚਨ ਸੁਣ ਕੇ ਜ਼ਿਮੀਂਦਾਰਾਂ ਦੇ ਤਪੇ ਨੂੰ ਕਿਹਾ ਕਿ ਗੁਰੂ ਜੀ ਨੂੰ ਪਿੰਡ ਵਿੱਚੋਂ ਕੱਢ ਕੇ ਵੀ ਤੁਸੀਂ 8-10 ਦਿਨ ਮੀਂਹ ਨਹੀਂ ਪਵਾ ਸਕੇ, ਇਸ ਕਰਕੇ ਹੁਣ ਤੁਸੀਂ ਪਿੰਡ ਵਿੱਚੋਂ ਚਲੇ ਜਾਓ, ਅਸੀਂ ਗੁਰੂ ਜੀ ਨੂੰ ਵਾਪਿਸ ਲਿਆ ਕੇ ਮੀਂਹ ਪਵਾਵਾਂਗੇ। ਪੈਂਚਾਂ ਦੀ ਇਹ ਗੱਲ ਮੰਨ ਕੇ ਤਪਾ ਪਿੰਡ 'ਚੋਂ ਚਲਾ ਗਿਆ ਅਤੇ ਲੋਕ ਇਕੱਠੇ ਹੋ ਕੇ ਗੁਰੂ ਜੀ ਪਾਸ ਚਲੇ ਗਏ ਅਤੇ ਆਪਣੀ ਭੁੱਲ ਬਖਸ਼ਾ ਕੇ ਆਪ ਜੀ ਨੂੰ ਵਾਪਿਸ ਖਡੂਰ ਲੈ ਆਏ। ਪਿੱਛੋਂ ਦੇਵਨੇਤ ਨਾਲ ਸ਼ੀਘਰ ਹੀ ਬੱਦਲ ਆਏ ਅਤੇ ਬਹੁਤ ਮੀਂਹ ਵਰਿਆ, ਜਿਸ ਨਾਲ ਲੋਕਾਂ ਨੂੰ ਬਹੁਤ ਖੁਸ਼ੀ ਹੋਈ ਅਤੇ ਗੁਰੂ ਘਰ 'ਤੇ ਪੱਕਾ ਨਿਸ਼ਚਾ ਹੋ ਗਿਆ। ਡੱਲੇ ਪਿੰਡ ਦਾ ਰਹਿਣ ਵਾਲਾ ਇੱਕ ਜੁਲਕਾ ਖੱਤਰੀ ਪਾਰੋ ਗੁਰੂ ਜੀ ਪਾਸ ਆਇਆ ਅਤੇ ਗੁਰੂ ਜੀ ਤੋਂ ਉਪਦੇਸ਼ ਲੈ ਕੇ ਸਿੱਖ ਹੋਇਆ। ਉਪਰੰਤ ਗੁਰੂ ਅੰਗਦ ਦੇਵ ਜੀ ਦੀ ਸ਼ਰਧਾ ਨਾਲ ਪ੍ਰੇਮ ਕਰਕੇ ਇਸ ਨੇ ਪਰਮਹੰਸ ਦੀ ਪਦਵੀ ਪ੍ਰਾਪਤ ਕੀਤੀ। ਗੁਰੂ ਅੰਗਦ ਦੇਵ ਜੀ ਨੇ ਇਸ ਨੂੰ ਪ੍ਰਚਾਰਕ ਥਾਪ ਕੇ ਮੰਜੀ ਬਖਸ਼ੀ। ਵਿਸਾਖੀ ਦਾ ਮੇਲਾ ਸਭ ਤੋਂ ਪਹਿਲਾਂ ਇਸ ਨੇ ਹੀ ਦੂਜੇ ਗੁਰੂ ਜੀ ਤੋਂ ਆਗਿਆ ਲੈ ਕੇ ਆਰੰਭ ਕਰਾਇਆ ਸੀ।
ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਭਾਈ ਸ਼ੀਹੇ, ਭਾਈ ਗੁੱਜਰ ਅਤੇ ਭਾਈ ਥਿੰਗਾ ਨਾਈ ਨੇ ਉਪਦੇਸ਼ ਲੈ ਕੇ ਆਪਣੇ ਜਨਮ ਸਫਲ ਕੀਤੇ ਹਨ। ਭਾਈ ਧਿੰਗਾ ਨੇ ਅਜਿਹੀ ਮਨ ਧਨ ਨਾਲ ਗੁਰੂ ਜੀ ਦੀ ਸੇਵਾ ਕੀਤੀ ਕਿ ਇਸ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਅਤੇ ਪਰਮਹੰਸ ਦੀ ਪਦਵੀ ਪ੍ਰਾਪਤ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜੇਕਰ ਕਥਾ ਸੁਣਾਉਣ ਸਮੇਂ ਕੋਈ ਭੁੱਲਣਾ ਹੋਈ ਹੋਵੇ ਤਾਂ ਦਾਸ ਨੂੰ ਮਾफ़ ਕਰਨਾ। ਜੇਕਰ ਕਥਾ ਚੰਗੀ ਲੱਗੇ ਤਾਂ ਇਸ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰਿਓ। ਜੇਕਰ ਤੁਸੀਂ ਚੈਨਲ 'ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਰੀਆਂ ਵੀਡੀਓਜ਼ ਦੀ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।